गुड मॉर्निंग स्टूडेंट। मैं मोनिका मेहता साइंस मिस्टर्स। अज 8वीं क्लास का चैप्टर नंबर 2 सुखमजीव दोस्त जा दुश्मन फ्रेंड एंड फोए ਅਸੀਂ ਕਰਨ ਜਾ ਰਹੇ ਹਾਂ। ਸੁਖਮਜੀਵ ਕੀ ਹੁੰਦੇ ਆ? ਜਿਨ੍ਹਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ, ਠੀਕ ਹੈ। ਇਹਨਾਂ ਨੂੰ ਵੱਡਦਰਸ਼ੀ ਲੈਂਸ ਦੇ ਨਾਲ ਦੇਖਦੇ ਹਾਂ ਜਾਂ ਮਾਈਕਰੋਸਕੋਪ ਦੇ ਨਾਲ। ਜਿਵੇਂ ਅਸੀਂ ਮਿੱਟੀ ਦਾ ਸੈਂਪਲ ਲਈਏ, ਉਹਨੂੰ ਪਾਣੀ 'ਚ ਘੋਲ ਕੇ ਉਸ ਪਾਣੀ ਨਾਲ ਗਲਾਸ ਸਲਾਈਡ 'ਤੇ ਰੱਖ ਕੇ ਇੱਕ ਡਰੋਪ ਸਲਾਈਡ ਕਰੀਏ ਤਾਂ ਸਾਨੂੰ ਉਸ ਦੇ ਵਿੱਚ ਬਹੁਤ ਸੁਖਮਜੀਵ ਦਿਖਾਈ ਦੇਣਗੇ। ਸੁਖਮਜੀਵ ਇੰਨੇ ਛੋਟੇ ਹੁੰਦੇ ਹਨ ਕਿ ਉਹਨਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ। ਜਿਵੇਂ ਡੱਬਰ ਰੋਟੀ 'ਤੇ, ਠੀਕ ਹੈ, ਫੰਗਸ ਲੱਗਦੀ ਹੈਗੀ ਉੱਲੀ, ਉਹਨੂੰ ਰਾਈਜੋਪਸ ਨਾਮ ਦੀ ਫੰਗਸ ਹੁੰਦੀ ਹੈ, ਤਾਂ ਅਸੀਂ ਉਹਨੂੰ ਵੱਡਦਰਸ਼ੀ ਲੈਂਸ ਜਾਂ ਮਾਈਕਰੋਸਕੋਪ ਦੇ ਅੰਡਰ ਦੇਖਦੇ ਹਾਂ, ਜਿਸ ਨੂੰ ਪੰਜਾਬੀ 'ਚ ਸੁਖਮਦਰਸ਼ੀ ਕਿਹਾ ਜਾਂਦਾ ਹੈ। ਸੁਖਮਜੀਵਾਂ ਦੇ 4 ਗਰੁੱਪ ਹਨ। ਕਿੰਨੇ ਗਰੁੱਪ ਹਨ? 4। ਜੀਵਾਣੂ, ਉੱਲੀ, ਪ੍ਰੋਟੋਜੋਆ, ਕਾਈ, ਠੀਕ ਹੈ। ਇਹਨਾਂ ਦੇ ਵਿੱਚ ਜਿਨ੍ਹਾਂ ਨੂੰ ਬੈਕਟੀਰੀਆ, ਫੰਜਾਈ, ਪ੍ਰੋਟੋਜੋਨ ਅਤੇ ਐਲਗਾ ਕਹਿੰਦੇ ਆ। ਇਸ ਤੋਂ ਬਿਨਾਂ ਵਾਇਰਸ ਵੀ ਹੁੰਦੇ ਆ। ਵਾਇਰਸ ਜੋ ਹੈ ਸੈੱਲਾਂ ਦੇ ਵਿੱਚ ਜਾ ਕੇ ਉੱਥੇ ਪ੍ਰਜਨਨ ਕਰਨਗੇ, ਰਿਪਰੋਡਕਸ਼ਨ ਕਰਨਗੇ, ਜਨਨ ਕਿਰਿਆ ਕਰਦੇ ਹਨ ਅਤੇ ਆਪਣੇ ਵਰਗੇ ਹੋਰ ਜੀਵਾਣੂ ਬਣਾਉਂਦੇ ਹਨ। ਜਿਵੇਂ ਉਹਦਾ ਏਡਸ ਦਾ ਵਾਇਰਸ ਲਾ ਲਓ, ਠੀਕ ਹੈ। ਪੋਲੀਓ, ਚੇਚਕ, ਇਹ ਵਿਸ਼ਾਣੂਆਂ ਦੁਆਰਾ ਹੋਣ ਵਾਲੇ ਰੋਗ ਹਨ। ਪ੍ਰੋਟੋਜੋਆ, ਹੈਜ਼ਾ ਅਤੇ ਮਲੇਰੀਆ, ਇਹ ਪ੍ਰੋਟੋਜੋਨਸ ਦੇ ਕਰਕੇ ਫੈਲਦੇ ਹਨ। ਜੀਵਾਣੂਆਂ ਕਰਕੇ ਮਿਆਦੀ ਬੁਖਾਰ, ਟਾਈਫਾਈਡ, TB ਵਗੈਰਾ, ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਜੀਵਾਣੂਆਂ ਦੁਆਰਾ ਫੈਲਣ ਵਾਲੇ ਆ। ਕੁਝ ਪਿਕਚਰਸ ਦਿਖਾਈਆਂ ਜਿਸ ਦੇ ਵਿੱਚ ਸਾਡੇ ਜੀਵਾਣੂ ਹੈ ਉਹ ਕੀ ਹੈ? ਕੋਮਾ ਸ਼ੇਪ ਹੈ ਜਾਂ ਛੜ ਦੇ ਆਕਾਰ ਦੇ ਹੈਗੇ ਆ ਜੀਵਾਣੂ। ਅਤੇ ਆ ਨੀਲੀ ਹਰੀ ਕਾਈ, ਠੀਕ ਹੈ। ਸਪਾਇਰੋਗਾਇਰਾ, ਕਲਾਈਮਾਈਡੋਮੋਨਾਸ, ਅਮੀਬਾ, ਪੈਰਾਮੀਸ਼ੀਅਮ, ਇਹ ਪ੍ਰੋਟੋਜ਼ੋਨਸ ਹੈਗੇ ਆ। ਉੱਲੀਆਂ 'ਚ ਪੈਨੀਸੀਲੀਅਮ, ਐਸਪਰਜਿਲਸ ਅਤੇ ਡੱਬਰ ਰੋਟੀ ਦੀ ਬ੍ਰੈਡ ਵਗੈਰਾ, ਇਹ ਆ ਗਏ। ਆ ਵਿਸ਼ਾਣੂ ਦਿਖਾਇਆ ਏਡਸ ਦਾ ਵਾਇਰਸ, ਅਤੇ ਆ ਕੀ ਹੈ? ਬੈਕਟੀਰੀਓਫਾਜ ਵਗੈਰਾ ਦੇ ਚਿੱਤਰ ਦਿਖਾਏ ਹੈ। ਸੁਖਮਜੀਵ ਕਿੱਥੇ ਰਹਿੰਦੇ ਹਨ? ਹਰ ਇੱਕ ਸੋਰਸ, ਜੋ ਬੇਸ਼ੱਕ ਠੰਡਾ ਪਾਣੀ, ਗਰਮ ਚਸ਼ਮੇ, ਮਾਰੂਥਲ, ਦਲਦਲੀ, ਈਵਨ ਸਲਫਿਊਰਿਕ ਐਸਿਡ, ਕਾਸਟਿਕ ਸੋਡਾ, ਇਹਨਾਂ ਦੇ ਵਿੱਚ ਵੀ ਸੁਖਮਜੀਵ ਰਹਿੰਦੇ ਹਨ। ਅਤੇ ਇਹ ਕਈ ਕਲੋਨੀਆਂ ਬਣਾ ਕੇ ਵੀ ਰਹਿੰਦੇ ਹਨ, ਕਈ ਇਕੱਲੇ ਵੀ ਰਹਿੰਦੇ ਹਨ। ਸੁਖਮਜੀਵ ਅਤੇ ਅਸੀਂ ਸੁਖਮਜੀਵ ਸਾਡੇ ਲਈ ਲਾਭਦਾਇਕ ਵੀ ਹਨ ਅਤੇ ਹਾਨੀਕਾਰਕ ਵੀ ਹਨ। ਪਹਿਲਾਂ ਅਸੀਂ ਜਿਹੜੇ ਸੁਖਮਜੀਵ ਸਾਡੇ ਮਿੱਤਰ ਹਨ, ਲਾਭਦਾਇਕ ਹਨ, ਉਹਨਾਂ ਦੇ ਬਾਰੇ ਪੜ੍ਹਦੇ ਹਾਂ। ਜਿਵੇਂ ਦੁੱਧ ਤੋਂ ਦਹੀਂ ਦਾ ਬਣਨਾ, ਖਮੀਰੀਕਰਨ, ਅਸੀਂ ਬ੍ਰੈਡ ਬਣਨਾ, ਕੇਕ ਵਗੈਰਾ, ਠੀਕ ਹੈ, ਸ਼ਰਾਬ, ਇੱਦਾਂ ਦਵਾਈਆਂ, ਇਹ ਸਾਰੇ ਕੀ ਹੈਗੇ ਆ? ਸੁਖਮਜੀਵਾਂ ਦੇ ਲਾਭਦਾਇਕ ਕੰਮ ਹਨ। ਔਰ ਸੁਖਮਜੀਵ ਜਿਹੜੇ ਆ ਸਫਾਈ ਕਰਨ ਦਾ ਵੀ ਕੰਮ ਕਰਦੇ ਹਨ। ਜਿਵੇਂ ਅਸੀਂ ਸਬਜ਼ੀਆਂ ਦੇ ਛਿਲਕੇ, ਰਹਿੰਦ ਖੂੰਹਦ, ਪਸ਼ੂਆਂ ਦਾ ਫੋਕਟ ਪਦਾਰਥ ਵਗੈਰਾ, ਗੋਬਰ, ਇਹਨਾਂ ਨੂੰ ਦਾ ਅਪਘਟਨ ਕਰਕੇ ਇਹਨਾਂ ਨੂੰ ਕੀ ਹੈ? ਖਾਦ ਦੇ ਵਿੱਚ ਤਬਦੀਲ ਕਰ ਦਿੰਦੇ ਹਨ। ਇੱਦਾਂ ਸੁਖਮਜੀਵ ਲਾਭਦਾਇਕ ਹਨ। ਪ੍ਰਤੀ ਜੈਵਿਕ ਦਵਾਈਆਂ ਬਣਾਉਣ ਲਈ, ਖੇਤੀਬਾੜੀ ਦੇ ਵਿੱਚ ਖੇਤੀ ਦੀ ਉਪਜਾਊ ਸ਼ਕਤੀ ਬਣਾਉਣ ਲਈ ਸੁਖਮਜੀਵ ਲਾਭਦਾਇਕ ਹਨ। ਸਭ ਤੋਂ ਪਹਿਲਾਂ ਦਹੀਂ 'ਤੇ ਅਸੀਂ ਲਾਭ ਕਰ ਰਹੇ ਹਾਂ ਸਟੈਪ ਵਾਈਜ਼। ਦੁੱਧ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਦਹੀਂ ਪਾਉਂਦੇ ਹਾਂ ਤਾਂ ਉਹਦੇ ਵਿੱਚ ਲੈਕਟੋਬੈਸੀਲਸ ਨਾਮ ਦਾ ਜੀਵਾਣੂ, ਬੈਕਟੀਰੀਆ ਕੀ ਕਰਦਾ? ਦੁੱਧ ਨੂੰ ਦਹੀਂ ਦੇ ਵਿੱਚ ਕਨਵਰਟ ਕਰ ਦਿੰਦਾ ਹੈਗਾ। ਇੱਦਾਂ ਪਨੀਰ, ਅਚਾਰ ਅਤੇ ਇਡਲੀ, ਭਟੂਰੇ ਬਣਾਉਣ ਵੇਲੇ ਵੀ ਅਸੀਂ ਇਹ ਦਹੀਂ ਪਾਉਂਦੇ ਹੈਗੇ ਹਾਂ ਤਾਂ ਇਹ ਕੀ ਹੋ ਜਾਏਗੀ? ਖਮੀਰੀਕਰਨ ਕਿਰਿਆ ਹੋ ਜਾਏਗੀ, ਠੀਕ ਹੈ। ਆ ਦੱਸਿਆ ਆਟਾ ਗੁੰਨਿਆ ਸੀ, ਉਹਦੇ ਵਿੱਚ ਚੀਨੀ ਅਤੇ ਖਮੀਰ ਪਾਉਂਦੇ ਹਾਂ ਤਾਂ ਆਟਾ ਫੁੱਲ ਜਾਂਦਾ, ਕਿਉਂਕਿ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੋਏਗੀ। ਕਾਰਬਨ ਡਾਈਆਕਸਾਈਡ ਦੇ ਕਰਕੇ, ਠੀਕ ਹੈ, ਜੋ ਆਟਾ ਕੀ ਹੈ? ਫੁੱਲ ਜਾਏਗਾ। ਖਮੀਰੀਕਰਨ ਕਿਰਿਆ, ਸੌਰੀ ਬੇਟਾ ਹਿੱਲ ਗਿਆ ਚੈਪਟਰ, ਦੁਬਾਰਾ ਖੁੱਲ੍ਹਦਾ। ਲਾਭਦਾਇਕ ਜੋ ਹੈਗੇ ਆ ਖਮੀਰੀਕਰਨ ਜੋ ਦੇ ਵਿੱਚ ਪ੍ਰੈਜੈਂਟ ਜਿਹੜੀ ਗਲੂਕੋਜ਼ ਹੈ ਉਹ ਕਿਸ 'ਚ ਕਨਵਰਟ ਹੋਏਗੀ? ਅਲਕੋਹਲ ਅਤੇ ਕਾਰਬਨ ਡਾਈਆਕਸਾਈਡ 'ਚ। ਕਾਰਬਨ ਡਾਈਆਕਸਾਈਡ ਦੇ ਕਰਕੇ ਬ੍ਰੈਡ, ਭਟੂਰਿਆਂ ਦਾ ਆਟਾ ਵਗੈਰਾ ਫੁੱਲ ਜਾਂਦਾ। ਅਲਕੋਹਲ ਕੀ ਹੈ? ਸ਼ਰਾਬ। ਇੱਦਾਂ ਖਮੀਰੀਕਰਨ, ਜਿਹਨੂੰ ਫਰਮੈਂਟੇਸ਼ਨ ਵੀ ਕਹਿੰਦੇ ਹਾਂ, ਖਮੀਰੀਕਰਨ ਸ਼ਰਾਬ ਬਣਾਉਣ ਲਈ ਖੰਡ ਤੋਂ, ਖੰਡ ਦਾ ਫਾਰਮੂਲਾ ਹੈਗਾ, ਖੰਡ ਤੋਂ ਸ਼ਰਾਬ ਬਣਾਉਣ ਲਈ, ਅਤੇ ਭਟੂਰਿਆਂ ਵਗੈਰਾ ਦਾ ਆਟਾ ਫੁੱਲ ਜਾਂਦਾ ਹੈਗਾ, ਉਸ ਲਈ
ਯੂਜ਼ ਕੀਤੀ ਜਾਂਦੀ ਹੈ। ਜੀਵਾਣੂਆਂ ਦੇ ਵਪਾਰਕ ਪੱਧਰ 'ਤੇ ਲਾਭ ਅਲਕੋਹਲ, ਸ਼ਰਾਬ, ਐਸਿਟਿਕ ਐਸਿਡ, ਸਿਰਕਾ ਵਗੈਰਾ ਬਣਾਉਣ ਲਈ ਵੀ ਵਰਤੀ ਜਾਂਦੀ ਹੈ। ਜਿਵੇਂ ਬਾਜਰੇ, ਕਣਕ, ਚਾਵਲ ਜਾਂ ਫਲਾਂ ਦਾ ਰਸ ਲੈ ਕੇ ਇਹਨਾਂ ਦੇ ਵਿੱਚ ਖੰਡ ਹੁੰਦੀ ਹੈ, ਖਮੀਰੀਕਰਨ ਕਿਰਿਆ ਹੁੰਦੀ ਹੈ, ਤਾਂ ਐਜ਼ ਏ ਰਿਜ਼ਲਟ ਜੋ ਖੰਡ ਦਾ ਘੋਲ ਹੈ ਉਹ ਅਲਕੋਹਲ 'ਚ ਕਨਵਰਟ ਹੋ ਜਾਏਗਾ। ਔਰ ਜੋ ਜੀਵਾਣੂ ਹੈਗੇ ਆ, ਇਸ ਕਿਰਿਆ ਨੂੰ ਖਮੀਰੀਕਰਨ ਜਾਂ ਫਰਮੈਂਟੇਸ਼ਨ ਵੀ ਕਹਿੰਦੇ ਆ। ਲੂਇਸ ਪਾਸਚਰ ਨੇ ਖਮੀਰੀਕਰਨ ਦੀ ਖੋਜ ਕੀਤੀ 1857 ਵਿੱਚ। ਦਵਾਈਆਂ ਬਣਾਉਣ ਲਈ ਜੀਵਾਣੂਆਂ ਦੀ ਵਰਤੋਂ, ਅਸੀਂ ਗੋਲੀਆਂ, ਕੈਪਸੂਲ, ਟੀਕੇ ਵਗੈਰਾ, ਪੈਨਸਲੀਨ ਆਦਿ ਐਂਟੀਬਾਇਓਟਿਕਸ ਯੂਜ਼ ਕਰਦੇ ਹੈਗੇ ਆ। ਕਈ ਐਂਟੀਬਾਇਓਟਿਕਸ ਜੀਵਾਣੂਆਂ, ਉੱਲੀਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਵੇਂ ਸਟੈਪਟੋਮਾਈਸਿਨ, ਟੈਟਰਾਸਾਈਕਲਿਨ, ਅਰੀਥਰੋਮਾਈਸਿਨ। ਇਹ ਕੀ ਹੈ? ਐਂਟੀਬਾਇਓਟਿਕ ਮੈਡੀਸਨਸ ਹਨ ਜਿਨ੍ਹਾਂ ਨੂੰ ਪ੍ਰਤੀਜੈਵਿਕ ਦਵਾਈਆਂ ਇਹ ਜੀਵਾਣੂ, ਉੱਲੀਆਂ ਵਗੈਰਾ ਤੋਂ ਬਣਾਈਆਂ ਜਾਂਦੀਆਂ ਹਨ। ਕਿਹਨੇ ਸਭ ਤੋਂ ਪਹਿਲਾਂ ਪੈਨਸਲੀਨ ਦੀ ਖੋਜ ਕੀਤੀ? ਅਲੈਗਜ਼ੈਂਡਰ ਫਲੇਮਿੰਗ ਨੇ 1929 ਦੇ ਵਿੱਚ। ਉਸਨੇ ਦੇਖਿਆ ਕਿ ਇੱਕ ਕਲਚਰ ਦੇ ਵਿੱਚ ਹਰੇ ਰੰਗ ਦੀ ਉੱਲੀ ਦੇਖੀ, ਜਿਸ ਦੇ ਨਾਲ ਕੀ ਹੈ, ਜੀਵਾਣੂ ਮਰ ਰਹੇ ਸਨ। ਇਸ ਤਰ੍ਹਾਂ ਐਡਵਰਡ ਜਿਨਰ ਨੇ ਪੈਨਸਲੀਨ ਦੀ ਖੋਜ ਕੀਤੀ। ਔਰ ਜਿਹੜੀਆਂ ਐਂਟੀਬਾਇਓਟਿਕਸ ਹੈ, ਪਸ਼ੂ ਆਹਾਰ, ਮੁਰਗਾ ਆਹਾਰ ਵਿੱਚ ਵੀ ਐਂਟੀਬਾਇਓਟਿਕਸ ਮਿਲਾਏ ਜਾਂਦੇ ਹਨ ਤਾਂ ਕਿ ਉਹਨਾਂ ਦੇ ਵਿੱਚ ਐਂਟੀਬਾਇਓਟਿਕਸ ਜਾਂ ਪ੍ਰਤੀਜੈਵਿਕ ਦਵਾਈਆਂ ਨਾਲ ਠੀਕ ਹੈ ਕੋਈ ਰੋਗ ਨਾ ਹੋ ਸਕੇ। ਮੁਰਗੇ, ਪਸ਼ੂਆਂ ਨੂੰ ਮੂੰਹ ਖੁਰ ਦੇ ਰੋਗ ਹੋ ਜਾਂਦੇ ਹਨ। ਪ੍ਰਤੀਜੈਵਿਕ ਦਵਾਈਆਂ ਕਿਵੇਂ ਕੰਮ ਕਰਦੀਆਂ ਹਨ? ਅਸੀਂ ਟੀਕੇ ਦੀ ਹੈਲਪ ਨਾਲ ਠੀਕ ਹੈ ਪਹਿਲਾਂ ਹੀ ਉਹਦੇ ਵਿੱਚ ਵੀਕ, ਘੱਟ ਸ਼ਕਤੀਸ਼ਾਲੀ ਜਿਹੜੇ ਹੈਗੇ ਆ ਜੀਵਾਣੂ ਸਰੀਰ ਦੇ ਵਿੱਚ ਦਾਖਲ ਕਰਾ ਦਿੰਦੇ ਹਾਂ। ਜਦੋਂ ਤਾਂ ਇਹਦੇ ਨਾਲ ਸਾਡੇ ਸਰੀਰ 'ਚ ਕੀ ਬਣ ਜਾਂਦੇ ਆ? ਐਂਟੀਬਾਡੀਜ਼ ਬਣ ਜਾਂਦੇ ਆ, ਪ੍ਰਤੀਜੈਵਿਕ ਬਣ ਜਾਂਦੇ ਆ, ਐਂਟੀਬਾਡੀਜ਼ ਬਣਨਗੀਆਂ ਜਿਹੜੀਆਂ ਕਿ ਅਗਰ ਕੋਈ ਬਿਮਾਰੀ ਵਾਲਾ ਜੀਵਾਣੂ ਬੋਡੀ ਦੇ ਵਿੱਚ ਐਂਟਰ ਕਰਦਾ ਤਾਂ ਇਹ ਐਂਟੀਬਾਡੀਜ਼ ਉਸ ਨੂੰ ਖਤਮ ਕਰ ਦਿੰਦੀ ਹੈ। ਇਸ ਤਰ੍ਹਾਂ ਟੀਕੇ ਦੀ ਖੋਜ ਹੋਈ ਠੀਕ ਹੈ। ਜਿਵੇਂ ਹੈਜ਼ਾ, TB, ਚੇਚਕ, ਹੈਪੇਟਾਈਟਸ ਵਗੈਰਾ ਦੇ ਟੀਕਾਕਰਨ ਕੀਤਾ ਜਾਂਦਾ ਹੈ। ਐਡਵਰਡ ਜਿਨਰ ਨੇ 1798 ਵਿੱਚ ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ ਕੀਤੀ। ਠੀਕ ਹੈ, ਤੁਸੀਂ ਆਪਣਾ ਬਚਪਨ ਦਾ ਯਾਦ ਕਰੋ ਕਿ ਤੁਸੀਂ ਕਿਹੜੇ ਕਿਹੜੇ ਟੀਕੇ ਲਵਾਏ ਸੀ। BCG, ਪੋਲੀਓ ਪੋਲੀਓ ਪ੍ਰੋਗਰਾਮ ਚਲਾਏ ਜਾਂਦੇ ਹਨ। ਠੀਕ ਹੈ, ਟੀਕਾਕਰਨ ਕੀਤਾ ਜਾਂਦਾ। ਅੱਜ ਕੱਲ੍ਹ ਤਾਂ ਕਰੋਨਾ ਵਾਇਰਸ ਦਾ ਕੋਵੈਕਸੀਨ ਸ਼ੁਰੂ ਹੋਈ ਹੈ ਭੂਮੀ ਦੀ ਉਪਜਾਊ ਸ਼ਕਤੀ ਬਣਾਉਣ ਲਈ। ਕੁਝ ਜੀਵਾਣੂ ਜਾਂ ਨੀਲੀ ਹਰੀ ਇਕਾਈ ਨਾਈਟ੍ਰੋਜਨ ਨੂੰ ਕੀ ਬਦਲ ਦਿੰਦੇ ਆ? ਨਾਈਟ੍ਰੇਟ ਖਾਦ 'ਚ। ਕਿਵੇਂ ਹੋਏਗੀ? ਜਦੋਂ ਆਕਾਸ਼ੀ ਬਿਜਲੀ ਚਮਕਦੀ ਹੈ। ਆਕਾਸ਼ੀ ਬਿਜਲੀ, ਸਾਨੂੰ ਪਤਾ ਹੈ ਕਿ ਐਟਮੋਸਫੀਅਰ 'ਚ ਨਾਈਟ੍ਰੋਜਨ ਦੀ ਅਮਾਊਂਟ ਕਿੰਨੀ ਹੈਗੀ ਆ? 78% ਹੈਗੀ ਆ, ਤਾਂ ਉਹ ਨਾਈਟ੍ਰੇਟ 'ਚ ਬਦਲ ਜਾਏਗੀ। ਜਿਹੜੇ ਫਲੀਦਾਰ ਪੌਦੇ ਹੁੰਦੇ ਆ, ਫਲੀਦਾਰ ਪੌਦਿਆਂ ਦੀਆਂ ਜੜ ਗੰਢਾਂ ਦੇ ਵਿੱਚ ਰਾਈਜ਼ੋਬੀਅਮ, ਇੱਦਾਂ ਫਲੀਦਾਰ ਪੌਦਿਆਂ ਦੀਆਂ ਜਿਹੜੀਆਂ ਜੜ੍ਹਾਂ ਹੁੰਦੀਆਂ ਲੰਬੀਆਂ ਹੋਣਗੀਆਂ। ਠੀਕ ਆ, ਇੱਥੇ ਜੜ ਗੰਢਾਂ ਦੇ ਵਿੱਚ ਕਿਹੜਾ ਬੈਕਟੀਰੀਆ ਰਹਿੰਦਾ? ਰਾਈਜ਼ੋਬੀਅਮ ਨਾਮ ਦਾ ਬੈਕਟੀਰੀਆ ਰਹਿੰਦਾ ਜਿਹੜਾ ਕਿ ਨਾਈਟ੍ਰੋਜਨ ਨੂੰ ਨਾਈਟ੍ਰੇਟ 'ਚ ਬਦਲ ਦਿੰਦਾ। ਇੱਦਾਂ ਭੂਮੀ ਦੇ ਵਿੱਚ ਨਾਈਟ੍ਰੋਜਨ ਯੁਕਤ ਖਾਦ ਮਿਲਦੀ ਰਹਿੰਦੀ ਹੈਗੀ ਹੈ। ਔਰ ਨਾਈਟ੍ਰੋਜਨ ਦਾ ਫਿਕਸੇਸ਼ਨ, ਨਾਈਟ੍ਰੋਜਨ ਸਥਿਰੀਕਰਨ ਨੀਲੀ ਹਰੀ ਇਕਾਈ ਆ। ਨੌਸਟੋਕ ਦਿਖਾਇਆ ਹੈਗਾ, ਨੌਸਟੋਕ ਦੀ ਹੈਲਪ ਨਾਲ ਠੀਕ ਹੈ ਨਾਈਟ੍ਰੋਜਨ ਦਾ ਸਥਿਰੀਕਰਨ ਹੁੰਦਾ ਹੈ। ਅਸੀਂ ਕੂੜਾ ਕਰਕਟ ਹੈ ਜਿਵੇਂ ਫਲਾਂ, ਸਬਜ਼ੀਆਂ ਵਗੈਰਾ ਦਾ ਠੀਕ ਹੈ ਜਿਹੜਾ ਔਰਗੈਨਿਕ ਕੂੜਾ ਕਰਕਟ ਹੈ ਉਹਨੂੰ ਕੀ ਹੈ ਕਾਰਬਨ, ਹਾਈਡਰੋਜਨ, ਆਕਸੀਜਨ 'ਚ ਤੋੜ ਦੇਣਗੇ। ਕੌਣ? ਸੂਖਮ ਜੀਵ। ਤਾਂ ਇੱਦਾਂ ਕੂੜੇ ਕਰਕਟ ਦਾ ਅਪਘਟਨ ਹੁੰਦਾ ਹੈ। ਪਰ ਜੋ ਪਲਾਸਟਿਕ ਹੈ, ਕੰਚ ਹੈ, ਠੀਕ ਹੈ, ਲੋਹਾ ਹੈ, ਉਹਨਾਂ ਨੂੰ ਸੂਖਮ ਜੀਵ ਅਪਘਟਿਤ ਨਹੀਂ ਕਰ ਸਕਦੇ। ਦੇ ਇਸ ਤਰ੍ਹਾਂ ਠੀਕ ਹੈ ਸੂਖਮ ਜੀਵ ਜੋ ਹੈ ਦੇਸੀ ਖਾਦ ਬਣਾਉਣ 'ਚ ਹੈਲਪ ਕਰਦੇ ਹਨ। ਹਾਨੀਕਾਰਕ ਸੂਖਮ ਜੀਵ, ਕੁਝ ਸੂਖਮ ਜੀਵ ਰੋਗਜਨਕ ਵੀ ਹੁੰਦੇ ਹਨ। ਉਹਨਾਂ ਨੂੰ ਜਿਵੇਂ ਭੋਜਨ, ਕੱਪੜੇ, ਚਮੜੇ ਨੂੰ ਨਸ਼ਟ ਕਰ ਦਿੰਦੇ ਹਨ। ਇਹਨਾਂ ਨੂੰ ਅਸੀਂ ਹਾਨੀਕਾਰਕ ਸੂਖਮ ਜੀਵ ਕਹਿੰਦੇ ਹਾਂ। ਮਨੁੱਖ ਵਿੱਚ ਰੋਗ ਫੈਲਾਉਣ ਵਾਲੇ ਜਿਹੜੇ ਕੀਟਾਣੂ ਠੀਕ ਹੈ ਸੂਖਮ ਜੀਵ, ਉਹਨਾਂ ਨੂੰ ਪੈਥੋਜਨ ਕਹਾਂਗੇ। ਹਵਾ ਰਾਹੀਂ, ਪਾਣੀ ਰਾਹੀਂ, ਹੱਥਾਂ ਰਾਹੀਂ, ਸਾਡੇ ਭੋਜਨ ਰਾਹੀਂ, ਦੂਸ਼ਿਤ ਭੋਜਨ ਰਾਹੀਂ ਸਾਡੇ ਸਰੀਰ ਦੇ ਵਿੱਚ ਦਾਖਲ ਕਰ ਜਾਂਦੇ ਹਨ ਅਤੇ ਤੰਦਰੁਸਤ ਵਿਅਕਤੀ ਨੂੰ ਲਾਗ ਦੇ ਰੋਗ ਹੋ ਜਾਂਦੇ ਆ ਜਿਵੇਂ ਹੈਜ਼ਾ, ਜ਼ੁਕਾਮ, ਚਿਕਨਪੌਕਸ, TB। ਅੱਜ ਕੱਲ੍ਹ ਕਰੋਨਾ ਚੱਲਿਆ, ਕੋਈ ਜ਼ੁਕਾਮ ਵਾਲਾ ਆਦਮੀ ਛਿੱਕਾ ਮਾਰਦਾ ਵਿਅਕਤੀ ਤਾਂ ਉਹ ਹਵਾ ਦੇ ਵਿੱਚ ਉਹਦੀਆਂ ਡਰੋਪਲੇਟਸ ਫੈਲਣਗੀਆਂ ਅਤੇ ਤੰਦਰੁਸਤ ਵਿਅਕਤੀ ਤੱਕ
ਪਹੁੰਚਦੀਆਂ ਹਨ। ਘਰੇਲੂ ਮੱਖੀ ਜਿਹੜੀ ਹੈਗੀ ਆ ਔਰ ਕੀਟਾਣੂਆਂ ਦੀ ਅੱਛੀ ਵਾਹਕ ਹੈਗੀ ਹੈ, ਚੰਗੀ ਵਾਹਕ ਹੈਗੀ ਆ, ਕਿਉਂਕਿ ਮੱਖੀ ਅਣਢੱਕੇ ਭੋਜਨ ਦੇ ਕੀਟਾਣੂ ਉਹਦੀਆਂ ਲੱਤਾਂ ਨਾਲ ਚਿੰਬੜ ਕੇ ਇੱਕ ਅਣਢੱਕੇ ਭੋਜਨ ਤੱਕ ਜਾਂਦੇ ਹਨ। ਸੇਮ ਮਾਦਾ ਐਨਾਫਿਲੀਜ਼ ਮੱਛਰ, ਠੀਕ ਹੈ, ਫੀਮੇਲ ਐਨਾਫਿਲੀਜ਼ ਮੋਸਕੀਟੋ ਜੋ ਹੈ ਉਹ ਮਲੇਰੀਆ ਦਾ ਵਾਹਕ ਹੈ, ਕੈਰੀਅਰ ਹੈਗਾ, ਕੈਰੀਅਰ ਦਾ ਕੰਮ ਕਰਦਾ ਹੈ। ਇਹ ਮਲੇਰੀਆ ਦੇ ਪ੍ਰੋਟੋਜ਼ੋਨ ਪਲਾਜ਼ਮੋਡੀਅਮ ਨੂੰ ਕੈਰੀ ਕਰਦਾ ਹੈਗਾ, ਜਿਹੜਾ ਕਿ ਇੱਕ ਪ੍ਰੋਟੋਜ਼ੋਨਸ ਹੈਗਾ, ਜਿਸ ਦੇ ਕਰਕੇ ਸਾਨੂੰ ਮਲੇਰੀਆ ਹੁੰਦਾ। ਮਾਦਾ ਐਡੀਸ ਮੱਛਰ ਡੇਂਗੂ ਦਾ ਕੈਰੀਅਰ ਹੈਗਾ, ਠੀਕ ਹੈ। ਇੱਦਾਂ ਮਾਦਾ ਐਨਾਫਿਲੀਜ਼ ਮੱਛਰ ਨਾਲ ਮਲੇਰੀਆ ਫੈਲਦਾ। ਮਲੇਰੀਆ ਪਲਾਜ਼ਮੋਡੀਅਮ ਵਾਈਵੈਕਸ ਜਿਹੜਾ ਕਿ ਇੱਕ ਪ੍ਰੋਟੋਜ਼ੋਨ ਹੈ ਉਹਦੇ ਕਰਕੇ ਹੋਊਗਾ, ਔਰ ਇਹਨੂੰ ਕੈਰੀ ਕੌਣ ਕਰਦਾ ਹੈਗਾ? ਮਾਦਾ ਐਨਾਫਿਲੀਜ਼ ਮੱਛਰ। ਔਰ ਡੇਂਗੂ ਦਾ ਵੀ ਏਡੀਜ਼ ਮੱਛਰ ਹੁੰਦਾ ਹੈਗਾ, ਠੀਕ ਹੈ। ਘਰੇਲੂ ਮੱਛਰ ਜਿਹੜੇ ਆ ਪਾਣੀ ਦੇ ਵਿੱਚ ਅੰਡੇ ਦਿੰਦੇ ਹਨ, ਜਿਵੇਂ ਕੂਲਰ, ਟਾਇਰ, ਫੁੱਲਦਾਨ ਵਗੈਰਾ ਦੇ ਵਿੱਚ ਜਿੱਥੇ ਵੀ ਪਾਣੀ ਖੜ੍ਹਾ ਉੱਥੇ ਕੀ ਆ ਮੱਛਰ ਨੇ ਅੰਡੇ ਦੇ ਦੇਣੇ ਹਨ। ਇਸ ਤੋਂ ਬਿਨਾਂ ਅਸੀਂ ਮਨੁੱਖ ਦੇ ਰੋਗ ਦਿਖਾਏ ਕਿਹੜੇ ਜੀਵਾਣੂ ਵਿਸ਼ਾਣੂਆਂ ਰਾਹੀਂ ਫੈਲਣਗੇ, ਜਿਵੇਂ ਤਪਦਿਕ, ਮੀਜ਼ਲਸ, ਚਿਕਨ ਪੌਕਸ, ਠੀਕ ਹੈ। ਤਾਂ ਇਹ ਜੀਵਾਣੂ ਬੈਕਟੀਰੀਆ ਜਾਂ ਵਾਇਰਸ ਕਰਕੇ ਹਵਾ ਰਾਹੀਂ ਫੈਲਦੇ ਹਨ। ਇੱਦਾਂ ਦੇ ਰੋਗੀ ਨੂੰ ਅਲੱਗ ਰੱਖਣਾ ਚਾਹੀਦਾ, ਉਹਦੇ ਬਰਤਨ, ਕੱਪੜੇ, ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਕਰ ਰਹੇ ਹਾਂ ਕਰੋਨਾ ਲਈ ਪ੍ਰੋਟੈਕਸ਼ਨ ਕਰ ਰਹੇ ਹਾਂ, ਮਾਸਕ, ਨੋਟ ਟੱਚਿੰਗ ਐਨੀਥਿੰਗ ਔਰ ਸੋਸ਼ਲ ਡਿਸਟੈਂਸਿੰਗ। ਤਾਂ ਇਹ ਸਾਰੇ ਵੀ ਵਾਇਰਸ ਔਰ ਬੈਕਟੀਰੀਆ ਕਰਕੇ ਫੈਲਣ ਵਾਲੇ ਰੋਗ ਹੈਗੇ ਆ, ਤਾਂ ਸੇਮ ਹੀ ਪ੍ਰੋਟੈਕਸ਼ਨ ਹੈਗੀ ਆ। ਔਰ ਯੂ ਕੈਨ ਡੂ ਫॉर ਦੀ ਵੈਕਸੀਨੇਸ਼ਨ, ਟੀਕਾਕਰਨ ਕਰਾ ਸਕਦੇ ਹਾਂ। ਹੈਜਾ ਅਤੇ ਮੈਦੀ ਬੁਖਾਰ, ਦੀਜ਼ ਆਰ ਆਲਸੋ ਕੋਜ਼ਡ ਬਾਈ ਜੀਵਾਣੂ, ਪਾਣੀ, ਹਵਾ ਰਾਹੀਂ, ਠੀਕ ਹੈ। ਕੋਈ ਖੁੱਲ੍ਹੀ ਜਗ੍ਹਾ 'ਤੇ ਨਿੱਜੀ ਸਫਾਈ ਜਾਂ ਮਲ ਮੂਤਰ ਦਾ ਨਿਪਟਾਰਾ ਕਰਦਾ ਹੈਗਾ, ਜਾਂ ਅਣਪੱਕਿਆ ਭੋਜਨ ਖਾਂਦੇ ਆ ਤਾਂ ਵੀ ਹੈਜਾ, ਮਿਆਦੀ ਬੁਖਾਰ ਵਗੈਰਾ ਹੋ ਜਾਂਦਾ ਹੈ। ਹੈਪੇਟਾਈਟਸ ਏ ਵਿਸ਼ਾਣੂ ਦੇ ਕਰਕੇ ਉਬਲਿਆ ਪਾਣੀ ਪੀਣ ਦੀ ਵਰਤੋਂ ਕਰਨੀ ਚਾਹੀਦੀ ਹੈ। ਮਲੇਰੀਆ ਪ੍ਰੋਟੋਜ਼ੋਨਸ, ਕਿਹੜਾ ਪ੍ਰੋਟੋਜ਼ੋਨ? ਪਲਾਜ਼ਮੋਡੀਅਮ ਨਾਮ ਦਾ ਪ੍ਰੋਟੋਜ਼ੋਨ ਹੁੰਦਾ ਹੈ, ਜਿਹੜਾ ਕਿ ਐਨਾਫਿਲੀਜ਼ ਮੋਸਕੀਟੋ, ਫੀਮੇਲ ਐਨਾਫਿਲੀਜ਼ ਮੋਸਕੀਟੋ ਦੇ ਕਰਕੇ ਮੱਛਰਾਂ ਤੋਂ ਬਚਾਓ ਕਰਨਾ ਚਾਹੀਦਾ ਹੈ। ਕੀਟਨਾਸ਼ਕ ਵਰਤਣੇ ਚਾਹੀਦੇ ਹਨ, ਜਾਲੀਆਂ ਵਗੈਰਾ ਲਗਾ ਕੇ ਸੋਣਾ ਚਾਹੀਦਾ ਹੈ। ਇਸ ਤੋਂ ਬਿਨਾਂ ਮਨੁੱਖਾਂ ਅਤੇ ਪੌਦਿਆਂ ਤੋਂ ਬਿਨਾਂ ਜੰਤੂਆਂ ਦੇ ਵਿੱਚ ਵੀ ਬਹੁਤ ਸਾਰੇ ਰੋਗ ਹੁੰਦੇ ਹਨ, ਜਿਵੇਂ ਐਂਥ੍ਰਿਕਸ ਹੈ। ਐਂਥ੍ਰਿਕਸ ਦੇ ਕਰਕੇ ਕੀ ਹੈ? ਮੂੰਹ 'ਤੇ ਖੁਰ ਦਾ ਰੋਗ ਹੈ, ਵਿਸ਼ਾਣੂਆਂ ਦੇ ਕਰਕੇ। ਰਾਬਰਟ ਕੋਚ ਨਾਂ ਦੇ ਵਿਗਿਆਨੀ ਨੇ 1876 ਈਸਵੀ ਬੈਸਿਲਸ ਐਂਥ੍ਰਿਕਸ ਨਾਂ ਦੇ ਜੀਵਾਣੂ ਦੀ ਖੋਜ ਕੀਤੀ, ਤਾਂ ਕਰਕੇ ਉਹਦਾ ਨਾਮ ਕੀ ਹੈ? ਐਂਥ੍ਰਿਕਸ ਨਾਮ ਦਿੱਤਾ ਗਿਆ। ਪੌਦਿਆਂ ਵਿੱਚ ਰੋਗ ਪੈਦਾ ਕਰਨ ਵਾਲੇ ਸੂਖਮ ਜੀਵ, ਜਿਵੇਂ ਕਣਕ, ਆਲੂ, ਸੰਤਰਾ, ਗੰਨਾ, ਸੇਬ, ਅਸੀਂ ਇਹਨਾਂ ਦੇ ਵਿੱਚ ਰੋਟਿੰਗ ਦੇਖੀ ਹੈਗੀ ਆ, ਠੀਕ ਹੈ। ਜਿਵੇਂ ਗੰਨਾ ਹੈ ਉਹਦੇ ਵਿੱਚ ਲਾਲ ਧਾਰੀਆਂ ਜਿਹੀਆਂ ਤੁਸੀਂ ਦੇਖ ਸਕਦੇ ਹੋ, ਤਾਂ ਉਹ ਕੀ ਇੱਕ ਰੋਗ ਹੈਗਾ। ਸਿਟਰਸ, ਖੱਟੇ ਪਦਾਰਥਾਂ ਵਿੱਚ ਸਿਟਰਸ ਕੈਂਕਰ ਜੀਵਾਣੂ ਹਵਾ ਰਾਹੀਂ। ਕਣਕ ਦੇ ਨੂੰ ਰਸਟ ਲੱਗ ਜਾਂਦੀ ਹੈਗੀ ਆ ਉੱਲੀ ਰਾਹੀਂ, ਹਵਾ ਰਾਹੀਂ। ਭਿੰਡੀ ਦੇ ਵਿੱਚ ਯੈਲੋ ਮੋਜ਼ੇਕ ਕੀਟ ਦੇ ਕਰਕੇ। ਫੂਡ ਪੁਆਇਜ਼ਨਿੰਗ ਵੀ, ਜੋ ਮੱਖੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਠੀਕ ਹੈ, ਭੋਜਨ ਨੂੰ ਦੂਸ਼ਿਤ ਕਰਦੀ ਹੈਗੀ ਹੈ, ਜਾ ਕੇ ਕੀਟਾਣੂ ਫੈਲਾਉਂਦੀ ਹੈ, ਤਾਂ ਇਹਦੇ ਨਾਲ ਭੋਜਨ ਦਾ ਵਿਸ਼ਾਲਾ, ਜਿਸ ਨੂੰ ਫੂਡ ਪੁਆਇਜ਼ਨਿੰਗ ਕਹਿੰਦੇ ਹੈਗੇ ਆ, ਪੁਆਇਜ਼ਨਿੰਗ ਬੋਲਦੇ ਹੈਗੇ ਆ। ਇਸ ਭੋਜਨ ਨੂੰ ਵਿਸ਼ਾਲਾ ਹੋਣ ਲਈ ਸਾਨੂੰ ਭੋਜਨ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈਗਾ, ਠੀਕ ਆ। ਇਹ ਸੁਖਮ ਜੀਵਾਂ ਕਰਕੇ ਹੀ ਖਰਾਬ ਹੁੰਦਾ ਹੈ। ਤਾਂ ਜਿਹੜਾ ਸੁਖਮ ਜੀਵ ਸਾਡੇ ਭੋਜਨ ਨੂੰ ਖਰਾਬ ਕਰਦੇ ਹਨ, ਸਵਾਦ ਖਰਾਬ ਹੋ ਜਾਂਦਾ ਹੈ, ਰੰਗ ਖਰਾਬ, ਇੱਕ ਰਸਾਇਣਿਕ ਕਿਰਿਆ ਹੈ। ਤੁਸੀਂ ਦੇਖਿਆ ਹੋਏਗਾ ਐਪਲ ਜਾਂ ਮੈਂਗੋਜ਼ ਵਗੈਰਾ ਅਗਰ ਅਸੀਂ ਕੱਟ ਕੇ ਰੱਖ ਦਈਏ, ਥੋੜ੍ਹੀ ਦੇਰ ਬਾਅਦ ਗਲਣੇ ਸ਼ੁਰੂ ਹੋ ਜਾਂਦੇ ਹਨ। ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰੀਜ਼ਰਵ ਕਿਵੇਂ ਕਰ ਸਕਦੇ ਹਾਂ? ਅਸੀਂ ਉਹਦੇ ਵਿੱਚ ਪ੍ਰੀਜ਼ਰਵੇਟਿਵਸ ਡਾਲ ਸਕਦੇ ਹਾਂ, ਸੋਡੀਅਮ ਬੈਂਜੋਏਟ ਅਤੇ ਸੋਡੀਅਮ ਮੈਟਾਸਲਫੇਟ। ਅਗਰ ਜਿਸ ਤਰ੍ਹਾਂ ਅੰਬ ਜਾਂ ਜੈਮ ਜੈਲੀਜ਼ ਵਗੈਰਾ ਬਣਾਉਣੇ, ਉਸ 'ਚ ਨਮਕ ਅਤੇ ਚੀਨੀ ਵਗੈਰਾ ਪਾ ਕੇ ਅਸੀਂ ਇਹਨਾਂ ਨੂੰ ਪ੍ਰੀਜ਼ਰਵ ਕਰ ਸਕਦੇ ਹਾਂ। ਇਸ ਤੋਂ ਬਿਨਾਂ ਸੋਡੀਅਮ ਬੈਂਜੋਏਟ ਅਤੇ ਸੋਡੀਅਮ ਮੈਟਾਸਲਫੇਟ ਇੱਕ ਐਜ਼ ਏ ਪ੍ਰੀਜ਼ਰਵੇਟਿਵ ਦੇ ਤੌਰ 'ਤੇ ਅਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਮੀਟ, ਮੱਛੀ ਵਗੈਰਾ ਨੂੰ ਨਮਕ ਲਗਾ ਕੇ ਢੱਕ ਸਕਦੇ ਹਾਂ। ਔਲੇ, ਅੰਬ, ਇਮਲੀ, ਇਹਨਾਂ ਦੀ ਵੀ ਨਮਕ ਲਗਾ ਕੇ। ਜੈਮ ਜੈਲੀਆਂ, ਸਕੈਸ਼ ਵਗੈਰਾ 'ਚ ਅਸੀਂ ਚੀਨੀ ਪਾਉਂਦੇ ਹਾਂ। ਅਤੇ ਅਚਾਰ ਵਗੈਰਾ, ਫਲ ਸਬਜ਼ੀਆਂ ਅਚਾਰ
ਅਸੀਂ ਉਸ 'ਚ ਤੇਲ ਅਤੇ ਸਿਰਕੇ ਦੀ ਵਰਤੋਂ ਕਰ ਸਕਦੇ ਹਾਂ। ਜਾਂ ਅਸੀਂ ਕੀ ਹੈ ਤਾਪ ਅਤੇ ਠੰਡਕ ਰਾਹੀਂ, ਜਿਵੇਂ ਦੁੱਧ ਹੈ, ਦੁੱਧ ਨੂੰ ਅਸੀਂ 70 ਡਿਗਰੀ ਸੈਲਸੀਅਸ 'ਤੇ ਉਬਾਲਦੇ ਹੈਗੇ ਹਾਂ, 15 ਤੋਂ 30 ਮਿੰਟ ਲਈ ਗਰਮ ਕੀਤਾ ਜਾਂਦਾ। ਇੱਦਾਂ ਹਾਨੀਕਾਰਕ ਸੂਖਮ ਜੀਵ ਮਰ ਜਾਂਦੇ ਆ। ਇਹਨੂੰ ਕੀ ਕਹਿੰਦੇ ਆ, ਪੌਸ਼ਟੀਕ੍ਰਿਤ ਮਿਲਕ ਕਹਿੰਦੇ ਆ। ਅਤੇ ਲੂਇਸ ਪੌਸਚਰ ਨੇ ਪੌਸ਼ਟੀਕਰਨ ਦੀ ਖੋਜ ਕੀਤੀ ਸੀਗੀ। ਠੀਕ ਹੈ, ਦੁੱਧ ਦਾ ਪੌਸ਼ਟੀਕਰਨ ਕਰ ਸਕਦੇ ਹਾਂ 70 ਡਿਗਰੀ 'ਤੇ 15-20 ਮਿੰਟਾਂ ਲਈ ਉਬਾਲ ਕੇ। ਜੀਵਾਣੂ ਮਰ ਜਾਣਗੇ, ਫਿਰ ਉਹਨੂੰ ਠੰਡਾ ਕਰਕੇ ਅਸੀਂ ਯੂਜ਼ ਕਰ ਸਕਦੇ ਹੈਗੇ ਹਾਂ, ਰੱਖ ਸਕਦੇ ਹਾਂ। ਪੈਕਟਾਂ ਵਿੱਚ ਭੰਡਾਰ ਕਰਨ ਲਈ ਹਵਾਬੰਦ ਪੈਕਟਾਂ, ਤਾਂ ਕਿ ਆਕਸੀਡੇਸ਼ਨ ਨਾ ਹੋ ਸਕੇ। ਨਾਈਟ੍ਰੋਜਨ ਸਥਿਰੀਕਰਨ, ਫਲੀਦਾਰ ਪੌਦਿਆਂ ਦੀਆਂ ਫਲੀਦਾਰ ਪੌਦੇ ਕਿਹੜੇ ਹੁੰਦੇ ਆ, ਜਿਵੇਂ ਮਟਰ, ਸੋਆਬੀਨ ਵਗੈਰਾ। ਇਹਦੇ ਵਿੱਚ ਸਹਿ ਸੰਜੀਵੀ ਬੰਧਨ ਮੀਨਸ ਸਿੰਬੋਆਇਸਿਸ। ਠੀਕ ਹੈ, ਬੈਕਟੀਰੀਆ, ਵਾਇਰਸ, ਰਾਈਜ਼ੋਬੀਅਮ ਨੂੰ ਵੀ ਰਹਿਣ ਲਈ ਜਗ੍ਹਾ ਮਿਲ ਜਾਂਦੀ ਹੈ। ਕਿਹੜਾ ਬੈਕਟੀਰੀਆ ਰਹਿੰਦਾ ਹੈਗਾ, ਰਾਈਜ਼ੋਬੀਅਮ ਲਿਗਮੇਨੀਫੈਰਸ। ਇਹ ਫਲੀਦਾਰ ਪੌਦਿਆਂ ਦੀਆਂ ਜੜ ਗੰਢਾਂ ਦੇ ਵਿੱਚ ਰਹਿੰਦਾ, ਉੱਥੇ ਨਾਈਟ੍ਰੋਜਨ ਨੂੰ ਨਾਈਟ੍ਰੇਟ 'ਚ ਕਨਵਰਟ ਕਰਦਾ, ਤਾਂ ਇੱਦਾਂ ਭੂਮੀ ਦੇ ਵਿੱਚ ਨਾਈਟ੍ਰੋਜਨ ਦੀ ਫਿਕਸੇਸ਼ਨ ਕਰਦਾ ਹੈ। ਆ ਸਾਡੇ ਵਾਯੂਮੰਡਲ 'ਚ 78% ਕੀ ਹੈ, ਨਾਈਟ੍ਰੋਜਨ ਹੈਗੀ ਹੈ, ਜਿਹੜੀ ਕਿ ਪ੍ਰੋਟੀਨ, ਕਲੋਰੀਨ, ਵਿਟਾਮਿਨਸ ਦੇ ਰੂਪ 'ਚ ਜਮ੍ਹਾਂ ਹੈਗੀ ਹੈ। ਨਾਈਟ੍ਰੋਜਨ ਵਾਯੂਮੰਡਲ 'ਚ ਬਿਜਲੀ ਦੇ ਸਥਿਰੀਕਰਨ ਰਾਹੀਂ ਜਾਂ ਨੀਲੀ ਹਰੀ ਇਕਾਈ ਇਹਨੂੰ ਨਾਈਟ੍ਰੇਟ 'ਚ ਚੇਂਜ ਕਰਦੀ ਹੈਗੀ ਹੈ, ਮਲ ਤਿਆਗ ਰਾਹੀਂ, ਜੀਵਾਣੂਆਂ ਰਾਹੀਂ। ਠੀਕ ਹੈ, ਇੱਦਾਂ ਨਾਈਟ੍ਰੋਜਨ ਸਾਈਕਲ ਚੱਲਦਾ ਰਹਿੰਦਾ ਹੈਗਾ। ਤਾਂ ਦਿਸ ਵਾਸ ਆਲ ਅਬਾਊਟ ਕੀ ਸੀਗਾ, ਸੂਖਮ ਜੀਵ ਮਿੱਤਰ ਅਤੇ ਦੋਸਤ। ਕੁਐਸਚਨ ਕਰ ਲੈਂਦੇ ਹਾਂ। ਸੂਖਮ ਜੀਵਾਂ ਨੂੰ ਅਸੀਂ ਕਿਸ ਦੀ ਸਹਾਇਤਾ ਨਾਲ ਦੇਖ ਸਕਦੇ ਹਾਂ, ਇੰਗਲਿਸ਼ 'ਚ ਕੀ ਲਿਖੋਗੇ, ਮੈਂ ਇੱਕ ਸੂਖਮ ਦਰਸ਼ੀ ਦੀ ਸਹਾਇਤਾ ਨਾਲ ਦੇਖ ਸਕਦੇ ਹਾਂ। ਨੀਲੀ ਹਰੀ ਇਕਾਈ ਨਾਈਟ੍ਰੋਜਨ ਨੂੰ ਸਿੱਧਾ ਹੀ ਸਥਿਰੀਕਰਨ, ਅਲਕੋਹਲ ਖਮੀਰੀਕਰਨ ਦੀ ਮਦਦ ਨਾਲ। ਖਮੀਰੀਕਰਨ ਦੀ ਹੈਜ਼ਾ ਰੋਗ ਕਾਹਦੇ ਕਾਰਨ ਫੈਲਦਾ, ਜੀਵਾਣੂਆਂ ਕਰਕੇ। ਜੀਵਾਣੂਆਂ ਮੀਨਸ ਵਾਇਰਸ। ਠੀਕ ਹੈ, ਖਮੀਰੀਕਰਨ ਨਾਲ ਕੀ ਓਬਟੇਨ ਹੁੰਦਾ, ਸ਼ਰਾਬ।